ਕਹਿੰਦੇ ਨੇ ਕੌਮਾਂ ਦੇ ਲੀਡਰ ਕੌਮਾਂ ਦੀ ਤਕਦੀਰ ਤੈਅ ਕਰਦੇ ਨੇ। ਜਿਹੜੀਆਂ ਕੌਮਾਂ ਦੇ ਲੀਡਰ ਭ੍ਰਿਸ਼ਟ ਹੋ ਜਾਣ ਉਹ ਕੌਮਾਂ ਦੀ ਦੁਰਦਸ਼ਾ ਹੁੰਦੀ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਜੇ ਕੌਮ ਦੇ ਲੀਡਰ ਵਿਜ਼ਨਰੀ ਹੋਣ, ਜਿਹੜੇ ਹਵਾ 'ਚੋਂ ਗੱਲਾਂ ਫੜ ਸਕਦੇ ਹੋਣ, ਇਸ ਦੇਸ਼ 'ਚ 40-50 ਸਾਲ ਅੱਗੇ ਕੀ ਹੋਣ ਜਾ ਰਿਹਾ, ਜੇ ਕੌਮਾਂ ਦੇ ਲੀਡਰਾਂ ਨੂੰ ਪਤਾ ਹੋਵੇ ਤਾਂ ਕੌਮਾਂ ਦੀ ਤਕਦੀਰ ਬਦਲ ਜਾਂਦੀ ਹੈ। ਪਰ ਭਾਰਤ ਦੀ ਤਰਾਸਦੀ ਰਹੀ ਹੈ, ਪੰਜਾਬ ਦੀ ਤਰਾਸਦੀ ਰਹੀ ਹੈ ਕਿ ਇੱਥੋਂ ਦੀ ਲੀਡਰਸ਼ਿਪ 'ਤੇ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ। ਸ਼ਾਇਦ 70 ਸਾਲਾਂ ਬਾਅਦ ਸਾਡੀ ਕਿਸਾਨੀ ਦਾ ਇਹ ਹਾਲ ਆ। ਪਰ ਇੱਕ ਹੋਰ ਸਵਾਲ ਆ, ਜਿਹੜੀਆਂ ਪਾਰਟੀਆਂ ਆਉਂਦੀਆਂ ਨੇ, ਜਿਹੜੇ ਲੀਡਰ ਆਪਣੇ ਆਪ ਨੂੰ ਇੰਟੈਲੈਕਚੁਅਲ ਸਮਝਦੇ ਨੇ, ਬੁੱਧੀਜੀਵੀ ਸਮਝਦੇ ਨੇ, ਵਿਜ਼ਨਰੀ ਸਮਝਦੇ ਨੇ, ਉਹ ਵੀ ਜਨਤਾ ਦਾ ਮਨ ਨਹੀਂ ਜਿੱਤ ਪਾਉਂਦੇ। ਉਹ ਕਿਉਂ ਨਹੀਂ ਜਿੱਤ ਪਾਉਂਦੇ? ਖਾਸ ਤੌਰ ਦੇ ਉੱਤੇ ਸਵਰਾਜ ਇੰਡੀਆ, ਯੋਗਿੰਦਰ ਯਾਦਵ ਨੇ ਜਦੋਂ ਕੇਜਰੀਵਾਲ ਤੋਂ ਵੱਖਰਾ ਹੋ ਕੇ ਐਕਸਪੈਰੀਮੈਂਟ ਕੀਤਾ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਐਕਸਪੈਰੀਮੈਂਟ ਉਹਨਾਂ ਨੇ ਕੀਤਾ, ਕਿਸਾਨਾਂ 'ਤੇ ਕੰਮ ਕੀਤਾ। ਹੁਣ ਵੀ ਕਿਸਾਨ ਮੁਕਤੀ ਯਾਤਰਾ ਨਾਲ ਜੁੜੇ ਹੋਏ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਇੰਡੀਅਨ ਪੋਲੀਟਿਕਸ ਕਿੱਧਰ ਨੂੰ ਜਾ ਰਹੀ ਹੈ, ਕਿਉਂਕਿ ਉਹ ਪੋਲੀਟਿਕਸ ਦੀ ਨਬਜ਼ ਨੂੰ ਜਾਣਦੇ ਨੇ ਇੱਕ ਇੰਟੈਲੈਕਚੁਅਲ ਦੇ ਤੌਰ ਦੇ ਉੱਤੇ ਵੀ। ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਦੇਸ਼ ਦੀ ਪੋਲੀਟਿਕਸ ਕਿੱਧਰ ਨੂੰ ਜਾ ਰਹੀ ਹੈ, ਕੀ ਮੋਦੀ ਦੇ ਰੱਥ ਨੂੰ ਰੋਕਿਆ ਜਾ ਸਕਦਾ 2019 'ਚ? ਸਾਡੇ ਨਾਲ ਨੇ ਯੋਗਿੰਦਰ ਯਾਦਵ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਯਾਦਵ ਸਾਹਿਬ, ਮੈਂ ਇਸ ਕਰਕੇ ਲੰਬੀ ਇੰਟਰੋਡਕਸ਼ਨ ਦਿੱਤੀ ਹੈ, ਤੁਸੀਂ ਸਾਰੀਆਂ ਚੀਜ਼ਾਂ ਨੂੰ ਜਾਣਦੇ ਹੋਗੇ। ਇਹ ਕਿਉਂ ਆਗਾ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਆਉਂਦੇ ਨੇ, ਤੁਹਾਡੇ ਵਰਗੇ ਲੋਕ ਬਹੁਤ ਸਾਰੇ ਜਿਹੜੇ, ਕਿਉਂਕਿ ਤੁਸੀਂ ਪ੍ਰੋਫੈਸਰ ਸੀ, ਤੁਸੀਂ ਰਿਸਰਚ 'ਚੋਂ ਆਏ ਹੋਏ ਹੋ, ਕਿਉਂ ਜਨਤਾ ਦਾ ਮਨ ਤੁਸੀਂ ਨਹੀਂ ਜਿੱਤ ਪਾਉਂਦੇ? ਜਾਂ ਕਿਤੇ ਜਨਤਾ 'ਚ ਗੜਬੜ ਆ? ਕੀ ਗੱਲ ਆ ਕਿ ਉਸ ਤਰ੍ਹਾਂ ਦਾ ਰਿਸਪੌਂਡ ਤੁਹਾਡੀ ਪੋਲੀਟਿਕਸ ਨੂੰ ਨਹੀਂ ਦਿੱਤਾ ਲੋਕਾਂ ਨੇ ਜਿਸ ਤਰ੍ਹਾਂ ਦੇਣਾ ਚਾਹੀਦਾ ਸੀ? जनता 'ਚ गड़बड़ नहीं हैगी, जे गड़बड़ है साडी गड़बड़ है, जनता 'ਚ गड़बड़ हैगी नहीं। ये तो बहुत गलत तरीका होना सोचण दा। दे जे जनता मैनू वोट नहीं देंदी तो जनता 'ਚ गड़बड़ है नहीं, गड़बड़ तो साडे विच ही होनी है। तो जे असां, पर एक गल मैं कहना चाहता सी, मेरी पंजाबी इन्नी चंगी हैगी नहीं, मैं बस माड़ी मोटी किसी तरह बोल लैंदा। एक बारी मैं कहना चाहता सी, जे पंजाब 'ਚ ਜਾਂ ਪੂਰੇ ਇੰਡੀਆ 'ਚ ਜਦੋਂ ਅਸੀਂ ਐਕਸਪੈਰੀਮੈਂਟ ਸ਼ੁਰੂ ਕੀਤਾ, ਸਾਨੂੰ ਇਸ ਤਰ੍ਹਾਂ ਦਾ ਕੋਈ ਭੁਲੇਖਾ ਨਹੀਂ ਸੀ ਕਿ ਅਸੀਂ ਅੱਜ ਪਾਰਟੀ ਸ਼ੁਰੂ ਕਰਾਂਗੇ, ਕੱਲ੍ਹ ਤੱਕ ਪਾਰਟੀ ਨੂੰ ਵੋਟ ਪੈ ਜਾਣਗੇ, ਪਾਰਟੀ ਇੱਕਦਮ ਪੋਪੂਲਰ ਹੋ ਜਾਏਗੀ। ਜਨਤਾ ਨੇ ਹੁਣੇ ਹੀ ਆਮ ਆਦਮੀ ਦਾ ਐਕਸਪੈਰੀਮੈਂਟ ਕੀਤਾ ਸੀ, ਉਹਨਾਂ ਨੂੰ ਧੱਕਾ ਲੱਗਿਆ ਸੀ। ਅਤੇ ਇਹ ਸੋਚਣਾ ਕਿ ਹੁਣੇ ਹੀ ਜਨਤਾ ਇੱਕ ਨੈਕਸਟ ਐਕਸਪੈਰੀਮੈਂਟ ਲਈ ਤਿਆਰ ਹੋ ਜਾਏਗੀ, ਸਾਨੂੰ ਵੋਟ ਪਾਏਗੀ, ਉਹ ਸਾਡੇ ਮਨ 'ਚ ਇਸ ਤਰ੍ਹਾਂ ਦਾ ਕੋਈ ਭੁਲੇਖਾ ਨਹੀਂ ਸੀ। ਇੱਕ ਲੰਬੀ ਜਰਨੀ ਹੈ, ਇੱਕ ਲੰਬੀ ਸਟਰਗਲ ਹੈ, ਇਹ ਸਾਨੂੰ ਪਹਿਲੇ ਦਿਨ ਤੋਂ ਪਤਾ ਸੀ ਅਤੇ ਉਸੇ ਰਾਸਤੇ 'ਤੇ ਆਪਾਂ ਚੱਲ ਰਹੇ ਹਾਂ। ਅਤੇ ਮੈਨੂੰ ਹਾਲੇ ਇਸ ਵੇਲੇ ਕਹਿ ਦਿੱਤੇ, ਇਸ ਵੇਲੇ ਮੈਂ ਕਹਿਣ ਨੂੰ ਤਿਆਰ ਨਹੀਂ ਕਿ ਜਨਤਾ ਨੇ ਇਸ ਐਕਸਪੈਰੀਮੈਂਟ ਨੂੰ, ਜੇ ਸਵਰਾਜ ਇੰਡੀਆ ਵਾਲਾ ਹੈ, ਉਸ ਨੂੰ ਰਿਜੈਕਟ ਕਰਤਾ ਹੈ। ਨਹੀਂ, ਅਸਾਂ ਪਹਿਲੇ ਦਿਨ ਤੋਂ ਪਤਾ ਸੀ ਕਿ ਇੱਕ ਲੰਬੀ ਸਟਰਗਲ ਹੈ। ਹੁਣੇ ਤਾਂ ਅਸੀਂ ਆਰਗੇਨਾਈਜੇਸ਼ਨ ਬਣਾ ਰਹੇ ਹਾਂ। ਮੈਂ ਸਮਝਦਾ ਆਮ ਆਦਮੀ ਪਾਰਟੀ ਦੇ ਐਕਸਪੈਰੀਮੈਂਟ ਦੇ ਬਾਅਦ ਜਨਤਾ ਦੀ ਐਕਸਪੈਕਟੇਸ਼ਨ ਥੋੜ੍ਹੀ ਬਦਲ ਗਈ। ਸਾਨੂੰ ਲੱਗਣਾ, ਇਸ ਵੇਲੇ ਲੱਗਦਾ ਹੈ ਕਿ ਬਈ ਤੁਸੀਂ ਕੱਲ੍ਹ ਪਾਰਟੀ ਬਣਾਈ, ਅੱਜ ਵੋਟ ਕਿਉਂ ਨਹੀਂ ਆਇਆ? ਅੱਜ ਤੋਂ 20-30 ਸਾਲ ਪਹਿਲਾਂ ਤਾਂ ਕੋਈ ਨਹੀਂ ਕਹਿੰਦਾ ਸੀ ਇਸ ਤਰ੍ਹਾਂ। ਕਮਿਊਨਿਸਟ ਪਾਰਟੀਆਂ ਆਈ, ਸੋਸ਼ਲਿਸਟ ਪਾਰਟੀਆਂ ਆਈ, ਆਉਂਦੇ ਸੀ, 10-10, 20-20 ਸਾਲ ਤੱਕ ਸਟਰਗਲ ਕਰਦੇ ਸੀ, ਉਸ ਬਾਅਦ ਕੁਝ ਬਣਦਾ ਸੀ। ਕਿਤੇ ਇਹ ਗੱਲ ਤਾਂ ਨਹੀਂ ਗੀ ਕਿ ਤੁਸੀਂ ਸੋਸ਼ਲਿਸਟ ਪੋਲੀਟਿਕਸ ਦਾ ਇੱਕ ਮਾਡਲ ਆਗਾ, ਕਿਤੇ ਇਹ ਗੱਲ ਤਾਂ ਨਹੀਂ ਹੈਗੀ ਪੂਰੀ ਦੁਨੀਆ ਦੇ ਅੰਦਰ ਰਾਈਟ ਵਿੰਗ ਪੋਲੀਟਿਕਸ ਨੂੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਗਾ, ਕਿ ਇਹ ਵੀ ਕਾਰਨ ਹੈਗਾ ਕਿ ਇੰਟਰਨੈਸ਼ਨਲ ਉਸ ਪੋਲੀਟਿਕਸ ਦਾ ਜਾਂ ਪੂਰਾ ਜਿਹੜਾ ਫਨੋਮਨਾ ਪੋਲੀਟੀਕਲ, ਉਹਦਾ ਅਸਰ ਸਾਡੇ ਦੇਸ਼ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈਗਾ। ਮੋਦੀ ਦਾ ਰੱਥ ਲਗਾਤਾਰ ਅੱਗੇ ਜਾ ਰਿਹਾ। ਤੁਹਾਡੇ ਵਰਗੇ ਸੋਸ਼ਲਿਸਟ ਸੋਚਣ ਵਾਲੇ ਲੋਕ ਜਾਂ ਕਮਿਊਨਿਸਟ ਸੋਚਣ ਵਾਲੇ ਲੋਕਾਂ ਨੂੰ, ਸੋਚ ਵਾਲੇ ਲੋਕਾਂ ਨੂੰ ਜਨਤਾ ਨਹੀਂ ਸਪੇਸ ਦੇ ਰਹੀ। ਇਹ ਬਹੁਤ ਵੱਡੀ ਗੱਲ ਹੈ, ਮੈਂ ਸਮਝਦਾ ਇਹ ਇੰਪੋਰਟੈਂਟ ਹੈ। ਲੇਕਿਨ ਸਿਰਫ ਇਸ ਗੱਲ ਨੂੰ ਲੈ ਕੇ ਆਪਾਂ ਸਵਰਾਜ ਇੰਡੀਆ, ਸਵਰਾਜ ਅਭਿਆਨ ਦੀ ਅੰਡਰਸਟੈਂਡਿੰਗ ਨਹੀਂ ਕਰ ਸਕਦੇ, ਕਿਉਂਕਿ ਸਾਡੀ ਤਾਂ ਬਹੁਤ ਜ਼ਿਆਦਾ ਲਿਮਿਟੇਸ਼ਨ ਹੈ। ਅਸੀਂ ਤਾਂ ਹਾਲੇ ਸ਼ੁਰੂ ਹੀ ਕੀਤਾ ਹੈ। ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਵੱਡੀ ਗੱਲ ਹੈ, ਉਹ ਪੂਰੀ ਦੁਨੀਆ ਦੀ ਗੱਲ ਹੈ। ਬਹੁਤ ਵੱਡਾ ਇਸ ਵੇਲੇ ਚੈਲੰਜ ਹੈ, ਇੰਡੀਆ 'ਚ ਚੈਲੰਜ ਹੈ, ਪੂਰੀ ਦੁਨੀਆ 'ਚ ਚੈਲੰਜ ਹੈ। 20ਵੀਂ ਸਦੀ 'ਚ ਇੱਕ ਮਾਡਲ ਆਇਆ ਸੀ ਕਿ ਵੀ ਡੈਮੋਕ੍ਰੇਸੀ ਜੇ ਕੰਮ ਕਰੇਗੀ ਤਾਂ ਲੋਕਾਂ ਲਈ ਕੰਮ ਕਰੇਗੀ। ਆਖਰੀ ਜੇ ਬੰਦਾ ਹੋਏਗਾ ਉਸ ਲਈ ਕੁਝ ਕੰਮ ਕਰੇਗੀ, ਚੰਗਾ ਕਰੇਗੀ, ਮਾੜਾ ਕਰੇਗੀ, ਸਲੋ ਕਰੇਗੀ, ਫਾਸਟ ਕਰੇਗੀ, ਪਰ ਆਖਰੀ ਬੰਦੇ ਲਈ ਕੁਝ ਕਰੇਗੀ। ਉਹ ਮਾਡਲ ਅੱਜ ਚੈਲੰਜ 'ਚ ਹੈਗਾ। ਜਿਸ ਤਰ੍ਹਾਂ ਦੇ ਲੋਕੀ ਅੱਜ ਦੁਨੀਆ ਭਰ 'ਚ ਆ ਰਹੇ ਨੇ, ਭਾਵੇਂ ਉਹ ਤੁਹਾਡਾ ਟਰੰਪ ਹੋਏ, ਹੋਰ ਬਾਕੀ ਡੈਮੋਕ੍ਰੇਸੀਜ਼ 'ਚ ਹੋਏ, ਭਾਵੇਂ ਸਾਡੇ ਨਰਿੰਦਰ ਮੋਦੀ ਜੀ ਹੋਣ, ਇਹ ਤਾਂ ਬਿਲਕੁਲ ਵੱਖਰੀ ਕਿਸਮ ਦੀ ਪੋਲੀਟਿਕਸ ਹੈ, ਜਿਸ 'ਚ ਤੁਸੀਂ ਲੋਕਾਂ ਦਾ ਭਲਾਈ ਕਰਕੇ ਨਹੀਂ, ਲੋਕਾਂ ਦਾ ਕੰਮ ਕਰਕੇ ਨਹੀਂ, ਸਿਰਫ ਡਾਇਲੋਗ ਬੋਲ ਕੇ, ਲੋਕਾਂ ਦੇ ਜੇ ਹਿੰਦੀ 'ਚ ਕਹਿੰਦੇ ਨੇ ਅੱਖਾਂ 'ਤੇ ਧੂਲ ਝੋਂਕ ਕੇ ਤੁਸੀਂ ਅੱਗੇ ਵੱਧ ਸਕਦੇ ਹੋ। ਇੱਕ ਹੋਰ ਬਹੁਤ ਵੱਡਾ ਸਵਾਲ ਇੱਥੇ ਆਉਂਦਾ ਗਾ, ਤੁਹਾਨੂੰ ਲੱਗਦਾ ਜਿਹੜੀ ਇਲੈਕਟਰਲ ਪੋਲੀਟਿਕਸ ਆ ਗਈ, ਕਿਉਂਕਿ ਜਨਤਾ ਕੋਲ ਅਲਟਰਨੇਟਿਵ ਨਹੀਂ ਗਾ,
ਇੱਕ ਵਾਰ ਇੱਕ ਪਾਰਟੀ, ਦੂਜੀ ਵਾਰ ਦੂਜੀ ਪਾਰਟੀ। ਮੈਂ ਕੱਲ ਹਿਮਾਚਲ ਸੀ, ਉੱਥੇ ਲੋਕਾਂ ਨੂੰ ਪੁੱਛ ਰਹੇ ਸੀ, ਉਹ ਕਹਿੰਦੇ ਜੀ ਪਿਛਲੀ ਵਾਰ ਇਹ ਸੀ, ਐਤਕੀ ਦੂਜੀ ਪਾਰਟੀ ਨੂੰ ਰਿਸਪੌਂਡ ਕਰਾਂਗੇ। ਤੁਹਾਨੂੰ ਲੱਗਦਾ ਇਹ ਵੀ ਸਾਡੀ ਡੈਮੋਕ੍ਰੇਸੀ ਜਾਂ ਪੂਰੀ ਦੁਨੀਆ ਦੇ ਡੈਮੋਕ੍ਰੇਟਿਕ ਮਾਡਲਾਂ ਦੀ ਜਿਹੜੀ ਇਲੈਕਟੋਰਲ ਸਿਸਟਮ ਹੀ ਸਾਰਾ ਕੁਝ ਬਣ ਗਿਆ, ਉਹਦੇ 'ਚ ਮਨੀ ਵੀ ਹੈ, ਮਸਲ ਵੀ ਹੈ, ਸ਼ਾਮ ਦਾਮ ਦੰਡ ਭੇਦ ਸਭ ਕੁਛ ਹੈਗਾ। ਤੁਹਾਨੂੰ ਲੱਗਦਾ ਗਾ ਇਹਦੇ ਤੋਂ ਬਿਯੋਂਡ ਪੋਲੀਟਿਕਸ ਜਾਣੀ ਚਾਹੀਦੀ ਹੈਗੀ? ਨਹੀਂ ਤੁਹਾਡੇ ਵਰਗੇ ਸੋਚ ਵਾਲੇ ਲੋਕਾਂ ਦਾ ਜਾਂ ਤੁਹਾਡੇ ਵਰਗੀ ਪੋਲੀਟਿਕਸ ਕਰਨ ਵਾਲੇ ਲੋਕਾਂ ਦਾ ਇਹੀ ਹਾਲ ਰਹੂਗਾ? ਦੇਖੋ, ਆਪਾਂ ਪੋਲੀਟੀਕਲ ਸਿਸਟਮ ਤਾਂ ਇਸ ਤਰ੍ਹਾਂ ਡਿਜ਼ਾਈਨ ਨਹੀਂ ਕਰ ਸਕਦੇ ਕਿ ਵੀ ਜੇ ਮੈਨੂੰ ਫੇਵਰ ਨਹੀਂ ਕਰਦਾ ਤਾਂ ਸਿਸਟਮ 'ਚ ਬਹੁਤ ਸਾਰੇ ਮਾਡਲਾਂ ਤੇ ਦੁਨੀਆ ਭਰ 'ਚ ਗੱਲ ਹੁੰਦੀ ਹੈ, ਕਿਉਂਕਿ ਤੁਸੀਂ ਸਾਰੀ ਦੁਨੀਆ ਦੀ ਪੋਲੀਟਿਕਸ ਨੂੰ ਜਾਣਦੇ ਹੋ। ਮੈਂ ਤਾਂ ਪੁੱਛ ਰਿਹਾ, ਕੋਈ ਨਵਾਂ ਸਿਸਟਮ ਇਵੋਲਵ ਹੋ ਸਕਦਾ ਡੈਮੋਕ੍ਰੇਸੀ ਦਾ? ਇੱਕ ਬੇਸਿਕ ਜੇ ਪ੍ਰੋਬਲਮ ਡੈਮੋਕ੍ਰੇਸੀ 'ਚ ਸ਼ੁਰੂ ਤੋਂ ਰਹੀ ਹੈ ਕਿ ਲੋਕੀ ਜਿਹੜੇ ਕੈਂਡੀਡੇਟ ਹੈਗੇ ਨੇ ਉਹਨਾਂ ਕੈਂਡੀਡੇਟ ਤੇ ਚੂਜ਼ ਕਰ ਸਕਦੇ ਨੇ, ਲੇਕਿਨ ਮੈਨੂ ਕੀ ਮਿਲੇਗਾ ਉਹਨਾਂ ਨੂੰ ਉਹ ਚੂਜ਼ ਨਹੀਂ ਕਰ ਸਕਦੇ। ਇਸ ਤਰ੍ਹਾਂ ਤੁਸੀਂ ਹੋਟਲ 'ਚ ਜਾ ਕੇ ਬਹਿ ਗਏ, ਤੁਸੀਂ ਕਹਿ ਸਕਦੇ ਹੋ ਕਿ ਵੀ ਮੈਨੂੰ ਸਮੋਸਾ ਚਾਹੀਦਾ ਨਾ ਡੋਸਾ ਚਾਹੀਦਾ ਜੇ ਕੁਛ, ਲੇਕਿਨ ਮੈਨੂ ਤੁਸੀਂ ਚੇਂਜ ਨਹੀਂ ਕਰ ਸਕਦੇ। ਇਹ ਡੈਮੋਕ੍ਰੇਸੀ ਦਾ ਬਿਲਕੁਲ ਫੰਡਾਮੈਂਟਲ ਪ੍ਰੋਬਲਮ ਪਹਿਲੇ ਦਿਨ ਤੋਂ ਹੈਗੀ ਇਲੈਕਟੋਰਲ ਡੈਮੋਕ੍ਰੇਸੀ ਦੀ। ਅਤੇ ਸਾਡੇ ਕੰਟੈਕਸਟ 'ਚ, ਸਾਡੇ ਕੰਟਰੀ 'ਚ ਤੇ ਇਹ ਜੇ ਮੈਨੂ ਤੈਅ ਹੁੰਦਾ ਹੈ, ਤੁਸੀਂ ਕਿੰਨਾ ਕੈਂਡੀਡੇਟ ਤੋਂ ਤੁਸੀਂ ਚੋਣ ਕਰ ਸਕਦੇ ਹੋ, ਉਹ ਤੈਅ ਹੁੰਦੇ ਵਕਤ ਪੈਸੇ ਦਾ ਬਹੁਤ ਵੱਡਾ ਰੋਲ ਹੈ। ਮਸਲ ਪਾਵਰ ਦਾ ਥੋੜ੍ਹਾ ਜਿਹਾ ਕਮ ਹੈਗਾ, ਪੈਸੇ ਦਾ ਰੋਲ ਅੱਜ ਇੰਨਾ ਵੱਡਾ ਰੋਲ ਹੋ ਗਿਆ ਹੈ। ਰਿਸੋਰਸਿਸ ਦਾ, ਪੈਸਾ, ਮੀਡੀਆ, ਇਹ ਦੋਵੇਂ ਰਲੇ ਮਿਲੇ ਨੇ। ਜਿੰਨਾ ਪੈਸਾ ਹੋਏਗਾ ਉਹਨਾਂ ਕੁ ਮੀਡੀਆ 'ਤੇ ਕੰਟਰੋਲ ਵੀ ਹੋਏਗਾ। ਸੱਚੀ ਗੱਲ ਤਾਂ ਇਹੀ ਹੈਗੀ ਹੈ। ਪੈਸਾ, ਮੀਡੀਆ, ਇਸ ਦਾ ਮਨੀ ਐਂਡ ਮੀਡੀਆ, ਦਿਸ ਇਜ਼ ਸੋ ਇम्पॉर्टेंट टू डिसाइडिंग हु इज़ गोइंग टू कॉन्टेस्ट। कौन खड़ा होगा, किस में से आप चुन सकते हैं, ये पहले चुन लिया जाता है। और जिसके पास पैसा नहीं, जिसके पास मीडिया नहीं, वो चुनाव में खड़ा हो जाए, वो खड़ा भी बाहर। लगता कोई नवा मॉडल इवॉल्व हो सकता? क्योंकि ਤੁਸੀਂ ਵੀ ਮਜਬੂਰੀਆਂ ਗਣਾਈਆਂ ਨੇ, ਅਸੀਂ ਵੀ ਐਜ਼ ਏ ਪੱਤਰਕਾਰ ਦੇ ਤੌਰ ਤੇ ਦੇਖਦੇ ਹਾਂ, ਔਰ ਲੋਕ ਵੀ ਇਹ ਗੱਲ ਕਹਿੰਦੇ ਨੇ ਕਿ ਅਲਟਰਨੇਟਿਵ ਕੀ, ਜਿਨ੍ਹਾਂ ਕੋਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਖਾਸ ਤੌਰ ਤੇ ਮਨੀ ਦੀ ਗੱਲ ਕਹਿ ਰਹੇ ਹੋਗੇ, ਉਹ ਬੜੀ ਇੰਪੋਰਟੈਂਟ ਆ। ਤਾਂ ਉਹਦੇ ਤੋਂ ਬਿਨਾਂ ਤੁਹਾਨੂੰ ਕੋਈ ਨਜ਼ਰ ਆਉਂਦਾ, ਤੁਸੀਂ ਇੱਕ ਪੋਲੀਟੀਕल साइंटिस्ट ਦੇ तौर ਦੇ ਉੱਤੇ ਕੀ ਦੇਖਦੇ ਹੋ? ऑल्टरनेटिव तो बनाना पड़ेगा, अगर नहीं करेंगे तो डेमोक्रेसी तो ढकोसला हो जाएगा। ऑल्टरनेटिव में क्या होगा? पहला, इंफॉर्मेशन पैरिटी, सिमेट्री, हर एक को इंफॉर्मेशन लेने और इंफॉर्मेशन देने का बराबर हक हो। ये तो करना पैना। जेकर ये आप नहीं कर सके तो मैनू तो जापदा है कि मीडिया इस वेले डेमोक्रेसी का सब तो वड्डा फ्रेंड नहीं, सब तो वड्डी ऑब्सटिकल हो गया, सब तो वड्डी एक तरह की एक चैलेंज हो गया है मीडिया इस वेले। कि जिन्ना लोगों को ज़्यादा, इसका मतलब नहीं कि पत्रकार बेईमान ने, पर ओवरऑल स्ट्रक्चर जिस तरह का मीडिया का बन गया है, जिन्ना को पैसा होंदा है, सरकार है, ਉਹ ਪੂਰਾ ਏਜੰਡਾ ਸੈੱਟ ਕਰ ਰਹੇ ਨੇ। ਅੱਜ ਤੁਸੀਂ ਵੇਖ ਲਓ ਨੈਸ਼ਨਲ ਮੀਡੀਆ ਨੂੰ, 2-4 ਐਕਸੈਪਸ਼ਨ ਛੱਡ ਦਿਓ ਤਾਂ ਸਰਕਾਰ ਇੱਕ ਤਰ੍ਹਾਂ ਦੇ ਤੈਅ ਕਰ ਰਹੀ ਹੈ ਕਿ ਅੱਜ ਸ਼ਾਮੀ ਟੀਵੀ 'ਤੇ ਕਿਸ ਮੁੱਦੇ ਨੂੰ ਲੈ ਕੇ ਡਿਬੇਟ ਹੋਣੀ ਹੈ, ਇਹ ਤਾਂ ਸਰਕਾਰ ਤੈਅ ਕਰ ਰਹੀ ਹੈ। ਤੇ ਜੇ ਫਿਰ ਇਹ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਹੈ? ਮੈਂ ਉਹੀ ਕਹਿ ਰਿਹਾ ਨਾ, ਮੈਂ ਇਸੇ ਕਰਕੇ ਕਹਿ ਰਿਹਾਗਾ, ਤੁਸੀਂ ਪਹਿਲਾਂ ਲਿਖਦੇ ਸੀ, ਪੜ੍ਹਦੇ ਸੀ, ਬੋਲਦੇ ਸੀ, ਹੁਣ ਤੁਸੀਂ ਐਕਸਪੈਰੀਮੈਂਟ ਕਰ ਰਹੇ ਹੋ। ਤੁਸੀਂ ਪਹਿਲੀ ਵਾਰ ਆ ਕੇ ਕਿਹਾ ਕਿ ਮੈਨੂੰ ਹੁਣ ਲੱਗਦਾ ਗਾ ਕਿ ਮੈਂ ਹੁਣ ਰਾਜਨੀਤੀ ਸਿੱਖੀ ਹੈ। ਜਿਹੜੇ ਮੈਂ ਪਹਿਲਾਂ ਕਮੈਂਟਰੀ ਕਰਦਾ ਹੁੰਦਾ ਸੀ, ਸ਼ਾਇਦ ਉਹ ਰਾਜਨੀਤੀ ਨਹੀਂ ਸੀ। ਮੈਂ ਇਸੇ ਕਰਕੇ ਪੁੱਛ ਰਿਹਾਗਾ ਕਿ ਜਦੋਂ ਤੁਸੀਂ ਉਦੋਂ ਚੀਜ਼ਾਂ ਸੋਚਦੇ ਸੀ ਤੇ ਜਦੋਂ ਤੁਸੀਂ ਅੱਜ ਚੀਜ਼ਾਂ ਸੋਚ ਰਹੇ ਹੋਗੇ, ਕੋਈ ਤੁਹਾਨੂੰ ਵੀ ਲੱਗਣ ਲੱਗਿਆਗਾ ਕਿ ਇਹ ਕੰਮ ਜੋ ਚੱਲ ਰਿਹਾ ਡੈਮੋਕ੍ਰੇਸੀ ਦਾ ਜਿਹੜਾ ਸਿਸਟਮ ਹੈਗਾ, ਇਹਦੇ 'ਚ ਕੁਝ ਵੱਖਰਾ ਇਵੋਲਵ ਹੋਣ ਦੀ ਲੋੜ ਆ? ਬਿਲਕੁਲ ਲੋੜ ਹੈਗੀ ਹੈ, ਨਹੀਂ ਤਾਂ ਆਪਾਂ ਡੈਮੋਕ੍ਰੇਸੀ ਕਹਿ ਹੀ ਨਹੀਂ ਸਕਦੇ ਇਸ ਨੂੰ। 2-3 ਚੀਜ਼ਾਂ ਦੀ ਲੋੜ ਹੈਗੀ। ਨੰਬਰ 1, ਪੈਸਾ, ਜੇ ਮਨੀ ਦਾ ਮੈਟਰ ਹੈਗਾ। ਪਬਲਿਕ ਫੰਡਿੰਗ ਆਫ ਇਲੈਕਸ਼ਨ, ਇਹ ਕਰਨਾ ਪੈਣਾ। ਪਬਲਿਕ ਫੰਡਿੰਗ ਦਾ ਇਹ ਮਤਲਬ ਨਹੀਂ ਕਿ ਤੁਸੀਂ ਪ੍ਰਾਈਵੇਟ ਫੰਡਿੰਗ ਨੂੰ ਬੈਨ ਕਰ ਦਿਓ, ਪਰ ਜੇ ਬੰਦੇ ਕੋਲ ਪੋਪੂਲੈਰਿਟੀ ਹੈਗੀ ਹੈ, ਪੈਸਾ ਨਹੀਂ ਹੈ, ਉਹ ਬੰਦਾ ਇਲੈਕਸ਼ਨ ਲੜ ਸਕੇ, ਆਪਣਾ ਮੈਸੇਜ ਦੇ ਸਕੇ, ਉਹਦੇ ਲਈ ਸਟੇਟ ਫੰਡਿੰਗ ਕਰਨੀ ਪੈਣੀ ਹੈ। ਦੂਜਾ, ਮੀਡੀਆ ਦੀ ਐਕਸੈਸ, ਹਰ ਕੋਈ ਕੈਂਡੀਡੇਟ ਆਪਣਾ ਮਿਨੀਮਮ ਮੈਸੇਜ ਸਾਰੇ ਲੋਕਾਂ ਤੱਕ ਲਿਜਾ ਸਕੇ, ਉਹ ਕਰਨਾ ਪੈਣਾ ਹੈ। ਮੇਰੀ ਮਾਨਤਾ ਹੈ ਟੈਲੀਵਿਜ਼ਨ 'ਤੇ ਇਲੈਕਸ਼ਨ ਬ੍ਰੌਡਕਾਸਟ, ਟੈਲੀਵਿਜ਼ਨ 'ਤੇ ਇਲੈਕਸ਼ਨ ਐਡਵਰਟੀਜ਼ਮੈਂਟ ਬੈਨ ਕਰਨੇ ਪੈਣੇ ਹੈ। ਮੈਂ ਬੈਨ 'ਤੇ ਨੋਰਮਲੀ ਹੱਕ 'ਚ ਨਹੀਂ ਹੁੰਦਾ, ਪਰ ਇਹ ਤਾਂ ਨਹੀਂ ਤਾਂ ਅਮਰੀਕਨ ਡੈਮੋਕ੍ਰੇਸੀ ਦੀ ਤਰ੍ਹਾਂ ਇਹ ਤਾਂ ਟੋਟਲ ਪੈਸੇ ਔਰ ਟੈਲੀਵਿਜ਼ਨ ਦੀ ਡੈਮੋਕ੍ਰੇਸੀ ਹੋ ਜਾਏਗੀ। ਅਤੇ ਇਹਨਾਂ ਚੀਜ਼ਾਂ ਨੂੰ ਕੁਛ ਲੋਕ ਯਾਦਵ ਸਾਹਿਬ ਇਹ ਗੱਲ ਕਹਿੰਦੇ ਨੇ ਕਿ
ਅਸਲ 'ਚ ਜਦੋਂ ਡੈਮੋਕ੍ਰੇਸੀ ਦੀ ਗੱਲ ਹੁੰਦੀ ਹੈ ਉਹ ਕਹਿੰਦੇ ਆ ਕਿ ਜਿਹੜਾ ਵੋਟਿੰਗ ਵਾਲਾ ਪੈਟਰਨ ਹੈ ਇਹੀ ਗਲਤ ਹੈਗਾ। ਉਹਨਾਂ ਨੂੰ ਲੱਗਦਾ ਗਾ ਕਿ ਇਹਦੇ ਤੋਂ ਬਾਹਰ ਕੁਝ ਲੋਕ ਆਰਮਡ ਸਟਰਗਲ ਦੀ ਗੱਲ ਕਰਦੇ ਨੇ, ਕੁਝ ਲੋਕ ਹੋਰ ਤਮਾਮ ਤਰ੍ਹਾਂ ਦੀ ਗੱਲ ਦੁਨੀਆ ਭਰ 'ਚ ਹੁੰਦੀ ਹੈ ਕਿ ਤੁਹਾਨੂੰ ਲੱਗਦਾ ਗਾ ਕਿ ਉਹ ਮਾਡਲ ਆਰਮ ਸਟਰਗਲ ਦੀ ਗੱਲਾਂ ਮੈਂ ਸੁਣਦਾ ਸੀ ਪਹਿਲਾਂ ਵੀ ਮੈਨੂੰ ਲੱਗਦਾ ਸੀ, ਮੈਂ ਕਿਹਾ ਵੀ ਸੀ ਕਿ ਆਰਮ ਸਟਰਗਲ ਦਾ ਫਾਇਦਾ ਉਸ ਬੰਦੇ ਨੂੰ ਨਹੀਂ ਹੁੰਦਾ ਜਿਹਦੇ ਨਾਂ ਲੈ ਕੇ ਆਰਮ ਸਟਰਗਲ ਹੁੰਦੀ ਹੈ। ਆਰਮ ਸਟਰਗਲ ਦਾ ਫਾਇਦਾ ਉਹਨੂੰ ਹੁੰਦਾ ਹੈ ਜਿਹਦੇ ਹੱਥ 'ਚ ਆਰਮਸ ਹੁੰਦੇ ਨੇ। ਤਾਂ ਆਰਮ ਸਟਰਗਲ ਦੇ ਬਾਰੇ ਤਾਂ ਮੇਰੀ ਬਿਲਕੁਲ ਨਹੀਂ ਹੈ ਰਾਏ ਇਸ ਤਰ੍ਹਾਂ, ਕਿਉਂਕਿ ਆਰਮ ਸਟਰਗਲ 'ਤੇ ਤਾਂ ਹੋਰ ਵੀ ਅਨਡੈਮੋਕ੍ਰੈਟਿਕ ਹੈ ਕਿ ਮੈਂ ਤੈਅ ਕਰਾਂਗਾ ਕਿ ਤੁਹਾਡੇ ਲਈ ਮੈਨੂੰ ਹਥਿਆਰ ਚੱਕਣੇ ਪੈਣੇ ਹੈ, ਮੈਂ ਤੁਹਾਨੂੰ ਪੁੱਛਾਂਗਾ ਵੀ ਨਹੀਂ ਤੇ ਮੈਂ ਤੈਅ ਕਰ ਸਕਦਾ। ਇਹ ਤਾਂ ਬਿਲਕੁਲ ਡੈਮੋਕ੍ਰੈਟਿਕ ਨਹੀਂ ਹੈ, ਆਰਮ ਸਟਰਗਲ ਦਾ ਰਾਸਤਾ ਨਹੀਂ ਹੈ। ਲੇਕਿਨ ਜੇ ਅੱਜ ਪਰ ਉਹ ਕਹਿੰਦੇ ਨਾ ਸਟੇਟ ਦਾ ਵਾਇਲੈਂਸ ਬੜਾ ਵੱਡਾ ਹੈਗਾ, ਤੁਸੀਂ ਇਹ ਸਟੇਟ ਤੋਂ ਵੱਡਾ ਤਾਂ ਵਾਇਲੈਂਸ ਕੋਈ ਹੈ ਨਹੀਂ ਗਾ, ਇਸ ਕਰਕੇ ਉਹਦੇ ਜਵਾਬ 'ਚ ਫਿਰ ਸਾਨੂੰ ਵੀ ਵਾਇਲੈਂਟ ਹੋਣ ਦੀ ਗੱਲ ਜਦੋਂ ਆਉਂਦੀ ਹੈ। ਸਟੇਟ ਦਾ ਵਾਇਲੈਂਸ ਹੈਗਾ, ਉਹਨੂੰ ਕਾਊਂਟਰ ਕਰਨ ਦੀ ਲੋੜ ਹੈਗੀ। ਉਹ ਬਹੁਤ ਔਖਾ ਕੰਮ ਹੈਗਾ, ਉਹ ਆਸਾਨ ਨਹੀਂ ਹੈ। ਲੇਕਿਨ ਇਹ ਕਹਿ ਦੇਣਾ ਕਿ ਇਸ ਲਈ ਜੇ ਡੈਮੋਕ੍ਰੇਸੀ ਦਾ ਬਿਲਕੁਲ ਨਾਂ ਵਾਸਤੇ ਵੀ ਡੈਮੋਕ੍ਰੇਸੀ ਜੇ ਹੈ ਉਹਨੂੰ ਵੀ ਖਤਮ ਕਰ ਦਈਏ, ਉਹ ਇੱਕ ਮੇਰੀ ਪੱਕੀ ਮਾਨਤਾ ਹੈਗੀ ਹੈ। ਇਸ ਡੈਮੋਕ੍ਰੇਸੀ ਦੇ ਮਾਡਲ ਨੂੰ ਜੇ ਆਪਾਂ ਬਿਲਕੁਲ ਖਤਮ ਕਰ ਦਈਏ, ਬਗੈਰ ਇਹ ਤੋਂ ਬਿਹਤਰ ਡੈਮੋਕ੍ਰੇਸੀ ਬਣਾਏ, ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਗਰੀਬ ਬੰਦੇ ਨੂੰ ਹੋਣਾ। ਹੁਣ ਅਸੀਂ ਤੁਹਾਡੀ ਪੋਲੀਟੀਕਲ ਜੋ ਤੁਸੀਂ ਕੰਮ ਕਰ ਰਹੇ ਹੋ ਉਹਦੇ ਤੇ ਆਉਂਦੇ ਹੈਗੇ। ਕਿਸਾਨ ਯਾਤਰਾ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਹੈਗਾ, ਹੋਰ ਆਉਣ ਵਾਲੇ ਦਿਨਾਂ ਦੇ ਅੰਦਰ ਕਿੱਥੇ ਕਿੱਥੇ ਤੁਸੀਂ ਜਾ ਰਹੇ ਹੋ, ਖਾਸ ਤੌਰ 'ਤੇ ਪੰਜਾਬ 'ਚ? ਤੁਹਾਨੂੰ ਤਾਂ ਪਤਾ ਹੀ ਹੈ, ਜਦੋਂ ਅਸਾਂ ਸਵਰਾਜ ਅਭਿਆਨ ਸ਼ੁਰੂ ਕੀਤਾ ਉਸੇ ਵੇਲੇ ਹੀ ਕਿਸਾਨ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ। ਲੋਕੀ ਸੋਚਦੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਤੋਂ ਬਾਹਰ ਆਏ ਹਾਂ, ਸਾਰਾ ਟਾਈਮ ਖਾਲੀ ਆਮ ਆਦਮੀ ਪਾਰਟੀ ਕ੍ਰਿਟਿਸਿਜ਼ਮ ਕਰਾਂਗੇ। ਪਹਿਲਾ ਦਿਨ ਹੀ ਆਪਾਂ ਕਹੇ ਨਹੀਂ ਜੀ, ਆਪਾਂ ਉਹ ਕੰਮ ਕਰਨੇ ਜੇ ਕਰਨੇ ਚਾਹੀਦੇ ਨੇ। ਅਤੇ ਕਿਸਾਨ ਦਾ ਕੰਮ ਪਹਿਲਾ ਦਿਨ ਤੋਂ ਹੀ 2015 'ਚ ਸ਼ੁਰੂ ਕੀਤਾ ਸੀ। ਉਸ ਵੇਲੇ ਹੀ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਟਰੈਕਟਰ ਮਾਰਚ ਕੀਤਾ ਸੀ ਲੈਂਡ ਐਕੁਇਜ਼ੀਸ਼ਨ ਦੇ ਕੁਐਸਚਨ 'ਤੇ। ਉਹਦੇ ਬਾਅਦ ਸੰਵੇਦਨਾ ਯਾਤਰਾ ਕੀਤੀ, ਹਰਿਆਣਾ ਤੋਂ ਕਰਨਾਟਕਾ ਤੱਕ ਕੀਤੀ ਸੀ ਸੰਵੇਦਨਾ ਯਾਤਰਾ। ਸੁਪਰੀਮ ਕੋਰਟ 'ਚ ਗਏ। ਉਸ ਵੇਲੇ ਜਨਤਾ ਦਾ ਰਿਸਪੌਂਸ ਬਹੁਤ ਨਹੀਂ ਸੀ। 2 ਸਾਲ ਆਪਾਂ ਕੰਮ ਕੀਤਾ ਉੱਥੇ, ਜਨਤਾ ਦਾ ਰਿਸਪੌਂਸ ਨਹੀਂ ਸੀ। ਕੋਈ ਗੱਲ ਨਹੀਂ, ਆਪਾਂ ਕਹਿੰਦੇ ਆਪਣਾ ਤਾਂ ਕਰਨਾ ਹੀ ਹੈ ਕੰਮ। ਹੁਣ ਪਹਿਲੀ ਵਾਰ ਮੈਨੂੰ ਲੱਗਦਾ ਹੈ ਕਿ ਨਹੀਂ, ਇਸ ਵੇਲੇ ਕਿਸਾਨ ਦਾ ਰਿਸਪੌਂਸ ਆਉਣਾ ਸ਼ੁਰੂ ਹੋ ਗਿਆ ਹੈ। ਜੂਨ ਮਹੀਨੇ 'ਚ ਜਦੋਂ ਮਹਾਰਾਸ਼ਟਰ 'ਚ ਪਹਿਲੀ ਵਾਰ ਕਿਸਾਨਾਂ ਨੇ ਸਟ੍ਰਾਈਕ ਕੀਤੀ, ਹੜਤਾਲ ਕੀਤੀ, ਕਿਹਾ ਕਿ ਅਸੀਂ ਪਿੰਡਾਂ ਤੋਂ ਸ਼ਹਿਰਾਂ ਨੂੰ ਕੁਝ ਚੀਜ਼ ਆਉਣ ਨਹੀਂ ਦੇਵਾਂਗੇ, ਉਸ ਵੇਲੇ ਪਹਿਲੀ ਵਾਰ ਮੈਨੂੰ ਲੱਗਿਆ ਕਿ ਕੁਝ ਰਿਸਪੌਂਸ ਹੋਇਆ। ਅਤੇ ਜਦੋਂ ਮੱਧ ਪ੍ਰਦੇਸ਼ 'ਚ ਮੰਦਸੌਰ 'ਚ ਪੁਲਿਸ ਨੇ ਗੋਲੀ ਚਲਾਈ, 6 ਕਿਸਾਨ ਸ਼ਹੀਦ ਹੋਏ। ਉਸ ਦੇ ਬਾਅਦ ਮੈਂ ਕਿਸਾਨਾਂ ਦਾ ਮੂਡ ਕੁਝ ਵਿਖਰਾ ਦੇਖਦਾ। किसानों में आक्रोश है और कुछ करने का संकल्प है। पहली बार ये मैं देख रहा हूँ पिछले 2-2.5 साल में। और ਉਹਦੇ 2-3 परिणाम ਹੋਏ ਨੇ। ਪਹਿਲਾ, ਦੇਸ਼ 'ਚ 150 ਤੋਂ ਜ਼ਿਆਦਾ ਸੰਗਠਨ, ਅਲੱਗ-ਅਲੱਗ ਜਥੇਬੰਦੀਆਂ ਇਕੱਠੀ ਹੋ ਗਏ ਨੇ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ। ਇਹ ਸਾਰੇ ਕਿਸਾਨ ਮਿਲ ਕੇ ਕਹਿ ਰਹੇ ਨੇ ਕਿ ਆਪਾਂ 2 ਮੁੱਦੇ ਲੈ ਕੇ ਸਟਰਗਲ ਕਰਨੇ। ਇਸ ਤੋਂ ਪਹਿਲਾਂ ਤੁਸੀਂ ਜਾਣਦੇ ਹੋ ਕਿਸਾਨਾਂ ਦੀ ਜਥੇਬੰਦੀਆਂ ਹੁੰਦੀਆਂ ਸੀ, ਅੱਜ ਵੀ ਹੈਗੀ, ਬਹੁਤ ਜ਼ਿਆਦਾ ਹੈ। ਉਹਨਾਂ ਦਾ ਹਰੇਕ ਦਾ ਵੱਖਰਾ ਵੱਖਰਾ ਏਜੰਡਾ ਸੀ। ਪਹਿਲੀ ਵਾਰ ਦੇਸ਼ ਦੇ ਲਗਭਗ ਸਾਰੇ ਕਿਸਾਨਾਂ ਨੇ ਮਿਲ ਕੇ ਇੱਕ ਸਾਂਝਾ ਏਜੰਡਾ ਬਣਾਇਆ ਹੈ, 2 ਪੁਆਇੰਟ ਏਜੰਡਾ, ਹੋਰ ਕੁਝ ਨਹੀਂ। ਪਹਿਲਾ, ਕਿਸਾਨਾਂ ਨੂੰ ਫਸਲ ਦਾ ਵਾਜਿਬ ਦਾਮ ਮਿਲੇ, ਲਾਭਕਾਰੀ ਮੁੱਲ ਹੈ, ਉਹ ਜਿਹੜਾ ਸਵਾਮੀਨਾਥਨ ਕਮਿਸ਼ਨ ਨੇ ਕਿਹਾ ਸੀ, ਉਹ ਜਿਹੜਾ ਮੋਦੀ ਜੀ ਨੇ ਖੁਦ ਵਾਅਦਾ ਕਰਕੇ ਕਿਹਾ ਸੀ। ਦੂਜਾ, ਕਿ ਕਿਸਾਨਾਂ ਨੂੰ ਕਰਜ਼ ਦੀ ਮੁਕਤੀ ਹੋਏ, ਸਭ ਤਰ੍ਹਾਂ ਦੇ ਕਰਜ਼, ਚਾਹੇ ਉਹ ਬੈਂਕ ਦਾ ਹੋਏ, ਚਾਹੇ ਸੋਸਾਇਟੀ ਦਾ ਹੋਏ, ਚਾਹੇ ਸਾਹੂਕਾਰ ਦਾ ਹੋਏ, ਸਭ ਕਰਜ਼ਾਂ ਤੋਂ ਮੁਕਤੀ। ਇਹ 2 ਮੁੱਦੇ ਲੈ ਕੇ ਪੂਰੇ ਦੇਸ਼ ਦੇ ਕਿਸਾਨ ਜਥੇਬੰਦੀਆਂ ਇਕੱਠੀ ਹੋ ਗਏ ਨੇ। ਤੇ ਪਰ ਜਾਦੂ ਸਾਹਿਬ, ਮੈਂ ਪੰਜਾਬ ਦਾ ਜੰਮਿਆ ਪਲਿਆਂਗਾ, ਅਸੀਂ ਦੇਖਿਆ ਉਰੇ ਬੜੀ ਸਟਰੋਂਗ ਕਿਸਾਨ ਮੂਵਮੈਂਟ ਰਹੀ ਹੈ। ਤੁਸੀਂ ਵੀ ਇਸ ਯੂਨੀਵਰਸਿਟੀ 'ਚ ਰਹੇ ਹੋ। ਸਾਰੀਆਂ ਕਿਸਾਨ ਜਥੇਬੰਦੀਆਂ ਉਦੋਂ ਤਾਂ ਇੱਕੋ ਹੀ ਹੁੰਦੀ ਸੀ। ਕਿਤੇ ਕਿਤੇ ਇਹ ਨਹੀਂ ਲੱਗਦਾ ਗਾ ਕਿ ਜਿਹੜੀਆਂ ਮਾਸ ਆਰਗੇਨਾਈਜੇਸ਼ਨਾਂ ਨੇ, ਜਿਸ ਤਰ੍ਹਾਂ ਦੀ ਤੁਸੀਂ ਪੋਲੀਟਿਕਸ ਕਰ ਰਹੇ ਹੋ, ਉਹਨਾਂ ਨੂੰ ਲੋਕ ਆਪਦੇ ਧਰਨੇ ਮੁਜ਼ਾਹਰੇ ਲਾਉਣ ਵਾਲਾ ਲੀਡਰ ਤਾਂ ਮੰਨ ਲੈਂਦੇ ਨੇ, ਜਿਹੜਾ ਮੇਨ ਸਟ੍ਰੀਮ ਪੋਲੀਟਿਕਸ ਦੇ ਅੰਦਰ ਕਿਸਾਨਾਂ ਨੂੰ ਉਸ ਤਰ੍ਹਾਂ ਦਾ ਲੀਡਰ ਨਹੀਂ ਮੰਨਿਆ ਜਾਂਦਾ। ਜਿਹੜਾ ਕਿਸਾਨ ਲੀਡਰ 50,000 ਦਾ ਇਕੱਠ ਕਰ ਸਕਦਾ, ਜਦੋਂ ਵੋਟਾਂ ਪਾਉਣ ਦੀ ਗੱਲ ਆਉਂਦੀ ਹੈ ਤਾਂ ਲੋਕ ਉਹਨੂੰ 10,000 ਵੋਟ नहीं पाते। वो आपने बिल्कुल ठीक कहा। ये सिर्फ किसान वाले मामले पे नहीं है, ये मजदूर आंदोलन में भी होता है। लोगों को लगता है लगता वोटां वाले लीडर होर ने, ये लीडर होर ने। वो बिल्कुल ठीक कहा आपने, 100% बात आपने ठीक की। जनता को लगता है कि संघर्ष करने के लिए ये है और राज चलाने के लिए दूसरा है। परसेप्शन किवें तोड़ोगे, यही चैलेंज है ना तुहाडे सामने। हाँ बिल्कुल। ते जे कोशिश असी कर रहे हैं वो दोवें काम करने की कोशिश कर रहे हैं। स्वराज अभियान एक मूवमेंट है, आंदोलन है।
स्वराज इंडिया एक पार्टी हैगी। ਅਸੀਂ ਆਮ ਆਦਮੀ ਪਾਰਟੀ ਦੇ ਐਕਸਪੈਰੀਮੈਂਟ ਤੋਂ ਇੱਕ ਲੈਸਨ ਜਿਹੜਾ ਸਿੱਖਿਆ ਉਹ ਇਹ ਕਿ ਜੇ ਤੁਸੀਂ ਦੋਵੇਂ ਪਾਂ ਪਾर्टी च दे दोगे तो फिसल जाओगे, गिर जाओगे, ख़त्म हो जाओगे। तो एक पाँव पार्टी के अंदर और एक पाँव मूवमेंट में, दोनों की ज़रूरत है, दोनों का रिश्ता बनाने की ज़रूरत है। ये बात बहुत चैलेंज की है, इसमें कोई शक नहीं। लोग किसान आंदोलन के साथ जुड़ जाते हैं, सोचते हैं कि किसान आंदोलन ठीक है, मेरे को ज़रा ज़्यादा भाव दिलवा देंगे, थोड़ा मेरे को लोन माफ़ करवा देंगे, उनसे हाँ एक बिल्कुल मतलब का रिश्ता रखते हैं और उससे किसी बड़ी चीज़ में किसान आंदोलन उनके साथ लोग उनके साथ शामिल नहीं होते। लेकिन उसकी एक वजह ये है कि किसान आंदोलन भी जो उनकी ज़िंदगी के बाकी सब सवाल हैं उस पर उनको कोई आंसर नहीं दे रहे होते, उससे जुड़ नहीं रहे होते। तो एक पार्टी आप तभी बनते हो जब आप सिर्फ एक हिस्से की पॉलिटिक्स ना करो, जब आप पूरे समाज की पॉलिटिक्स करो। आप ज़मीन वाले किसान के साथ, किसान भी तो बहुत वड्डी आबादी हैगी, ਉਹਦੇ बावजूद भी किसानां ਦਾ रिस्पॉन्ड नहीं आउंदा उस तरह ਦਾ जिस तरह ਦਾ होना चाहिएगा। क्योंकि किसान की पूरी ज़िंदगी उसका किसान होना नहीं है। जैसे आपकी ज़िंदगी, आपका जर्नलिस्ट होना सिर्फ नहीं है, उस जर्नलिस्ट के अलावा आपकी ज़िंदगी में बहुत कुछ है। आप प्रोफेशनल एसोसिएशन में सब कुछ करोगे, लेकिन उसको आप अपना ओवरऑल अख्तियार देने को तैयार नहीं होगे। पॉलिटिक्स ओवरऑल अख्तियार देने का काम है और उसके लिए आपको सिर्फ एक कुछ इकोनॉमिक डिमांड से फालतू उसको पूरा देश दुनिया का विज़न उसके सामने पेश करना होगा, जो आम तौर पे आंदोलन समूह, आंदोलन जथेबंदियां आम तौर पे ये काम नहीं कर पाती हैं। ये कह देना आसान है, करना बड़ा मुश्किल है, मैं खुद उस पर मैं जानता हूँ। लेकिन आज की तारीख में तो हमारे पास वो बड़ा चैलेंज तो बहुत दूर का चैलेंज है। आज की तारीख में हमारे सामने सबसे बड़ा चैलेंज है वो ये कि किसान के ये जो दो मुद्दे हैं उनको किस तरह से उठाया जाए। आज किसान की कोई हालत नहीं बची है। मैं तो अब देश में अलग अलग जगह घुमाया, 15 राज्यों में घूमा हूँ, सब तरह किसानों के साथ बैठा हूँ। हर तरफ किसान रो रहा है और किसान कह रहा है कि चलो जी सूखा था, बारिश नहीं आई, कोई बात नहीं, मैंने सब्र कर लिया। अब बारिश भी हो गई, मैंने फसल भी उगा ली, मैंने मेहनत भी कर ली, और उस सब के बाद जब मैं मंडी में जा रहा हूँ कोई पैसा नहीं मेरे को मिल रहा। तो किसानी एकदम घाटे का सौदा बन गई है। कोई किसान अपने बच्चे को किसान बनाने को तैयार नहीं है। ऐसे में पूरा खेती किसानी गांव, इसका तो बिल्कुल एग्जिस्टेंस खत्म हो जाएगा, अस्तित्व का। 2019 ਤੁਹਾਨੂੰ ਲੱਗਦਾਗਾ ਪ੍ਰਧਾਨ ਮੰਤਰੀ ਨੇ ਆਪਣੀ ਸਪੀਚ ਕਿਸਾਨਾਂ ਦਾ ਨਾਂ ਹੀ ਨਹੀਂ ਲਿਆ? ਥੋੜਾ ਜਿਹਾ ਲਿਆ ਗਾਂਵ ਵਾਸਤੇ। ਤੁਹਾਨੂੰ ਲੱਗਦਾਗਾ ਕਿ 2019 ਚ ਕਿਸਾਨੀ ਦੀ ਪੋਲਿਟਿਕਸ ਸੈਂਟਰਿਕ ਹੋ ਸਕਦੀ ਹੈਗੀ, ਇਲੈਕਸ਼ਨ किसान सेंट्रिक हो सकती है? तुसी इतना जोर ला दोगे? मुझे लगता है हो सकती है। आप गुंजाइश, ये मैं अभी आप बैठ के करूं कि ऐसा होगा, ये तो मेरे बस की बात नहीं है, लेकिन ये हो सकता है। आज किसान के मन में गुस्सा है, अंदर से गुस्सा है किसान को, और किसान आज पूछ रहा है कि ये सब मेरे से वोट ले लेके जाते हैं और जब मैं आत्महत्या के कगार पे आ जाता हूँ इनमें से कोई दिखाई नहीं देता मेरे को, और उसका जवाब देने वाला कोई नहीं है। आज प्रॉब्लम सिर्फ ये नहीं है कि सरकार नहीं बोल रही, प्रधानमंत्री नहीं बोल रहे, लाल किले पे खड़े होकर प्रधानमंत्री एक मुंह से बोलते नहीं है कि किसान आत्महत्या कर रहा है इस देश का। 4 साल हो गए मेरे को सुनते सुनते, एक बार इतना भी नहीं बोला कि भाई आत्महत्या कर रहा है। तो किसान में गुस्सा है। अब किसान को इसका एक ऑल्टरनेटिव चाहिए। सवाल है कि ऑल्टरनेटिव कौन देगा? कांग्रेस देगी। कांग्रेस पे तो उसको भरोसा नहीं है, लगता नहीं कि कांग्रेस मेरी पार्टी है। तो जो देश के आज इस देश में ऑपोजिशन जो है वो ऑपोजिशन पार्टी में नहीं है। आज इस देश का ऑपोजिशन सड़क पे है। किसान का ऑपोजिशन है, अनएम्प्लॉयड यूथ का ऑपोजिशन है, दलित का ऑपोजिशन है। आज जो चैलेंज 2019 की है वो ये कि इस देश का जो सच्चा ऑपोजिशन है उसको कैसे इकट्ठा किया जाए, बजाय कि ये कांग्रेस और आरजेडी और एसपी ये सारे मिल मिला आदमी पार्टी करें। आम आदमी पार्टी ने कोशिश की और इस देश की जनता में है वो अभी आपको लगता है उस अलायंस में? उस अलायंस में है, ये तो उन्हें खुद को भी नहीं पता, मैं कैसे बताऊंगा। वो कभी इसके लिए वोट डाल देते हैं, कभी उसके लिए वोट डाल देते हैं, लेकिन इस देश की जनता ने उन पे बहुत भरोसा किया। उन्होंने खुद अपने आप पे भरोसा नहीं किया, उन्होंने जनता पे भरोसा नहीं किया। पंजाब की जनता ने कैसे गले लगा के खुले हाथ से इनको मौका दिया था, आओ मेरा दिल ले जाओ, और ये इसके काबिल नहीं निकले। इतना मिनिमम जो करना चाहिए था,
सिर्फ ईमानदारी से खड़े रहते और कुछ नहीं करना था। जनता आके पकड़ के इनको कुर्सी पे बैठाने को तैयार थी, बस इन्हें सिर्फ अपनी ईमानदारी पे खड़े रहना था। इतना इनके बस में नहीं हुआ। 2019 लगदा ਤੁਹਾਨੂੰ ਮੋਦੀ ਦਾ ਰੱਥ ਕੋਈ ਰੋਕ ਸਕਦਾਗਾ? ਮੋਦੀ ਦਾ ਰੱਥ ਮੇਨ ਸਟ੍ਰੀਮ ਪਾਰਟੀਆਂ ਚ ਕੋਈ ਰੋਕ ਸਕਦਾ ਜੇ ਅਸੀਂ ਤੁਹਾਡੀ ਗੱਲ ਨਾ ਵੀ ਕਰੀਏ ਮੰਨ ਲਓ? मैं बता देता हूँ कौन नहीं रोक सकता। कांग्रेस तो नहीं रोक सकती। कई बार तो मुझे लगता है कि नरेंद्र मोदी की तो इच्छा है कि राहुल गांधी बना रहे। जब तक राहुल गांधी है मोदी की सेटिंग ठीक है। ये रीजनल ऑपोजिशन पार्टीज नहीं कर सकती, ये सब बिका हुआ है। नीतीश कुमार ने जो किया उसके बाद कौन बिकाऊ नहीं है ना? तो ये तो बिकाऊ है, और जो बिकाऊ नहीं है उसको बस अपने स्टेट की गद्दी दिखती है। देश के लिए इनके पास कोई नक्शा नहीं है। आम आदमी पार्टी के पास तो इस वक्त देश का तो कोई विजन नहीं है। किसी तरह से दिल्ली संभाल लें, दिल्ली में नाटक थोड़ा कम करें, काम ज़्यादा करें तो अच्छा होगा, उसके बाद उनके लिए कोई फ्यूचर होगा। लगता कभी केजरीवाल ਨਾਲ बैठ सकते हो दोबारा तुम? आपको ये सवाल तो उनसे पूछना चाहिए कि क्या उन्हें लगता है कि वो कुछ ही प्रिंसिपल्स पे वापस आ सकते हैं। हम तो जिस प्रिंसिपल्स पे चले थे हम तो उसी सड़क पे चले जा रहे हैं। उन लोगों ने प्रिंसिपल्स का रास्ता छोड़ के दूसरे रास्ते चुने थे, तो सवाल तो उनको होना चाहिए कि प्रिंसिपल्स पे वापस आने को तैयार है। उनके काम देख के तो नहीं लगता। ਫਿਰਕਾ ਪ੍ਰਸਤੀ ਦੇ ਫਰੰਟ ਤੇ ਅਸੀਂ ਦੇਖ ਰਹੇ ਹਾਂ ਜਿਹੜੇ ਬਿਲਕੁਲ ਜਿਨ੍ਹਾਂ ਦੀ ਬਣਦੀ ਨਹੀਂ ਸੀ ਉਹ ਵੀ ਇਕੱਠੇ ਹੋ ਰਹੇ ਨੇ। ਲੈਫਟ ਤੇ ਮਮਤਾ ਬੈਨਰਜੀ ਇਕੱਠੇ ਹੋ ਰਹੇ ਨੇ, ਤਾਂ ਤੁਸੀਂ ਤੇ ਕੇਜਰੀਵਾਲ ਕਿਉਂ ਨਹੀਂ ਇਕੱਠੇ ਹੋ ਸਕਦੇ? दुनिया में कोई भी इकट्ठा हो सकता है बशर्ते कि उसके पीछे कोई सिद्धांत हो। हर यूनिटी के पीछे कोई सिद्धांत होता है। और मैं बार बार कहता रहा हूँ, इस पे भी ममता और लेफ्ट पे भी मैं कहता रहा हूँ, खाली मोदी का विरोध करने के लिए जो अलायंस इस देश में बनेगा वो मुंह की खाएगा। पहले भी हुआ है, ये बात मैं कह सकता हूँ। सिर्फ एंटी मोदी अलायंस जो बनेंगे, भानुमति का प्रोग्राम होना चाहिए, विचारधारा होनी चाहिए। कोई विचारधारा, कोई प्रोग्राम, कोई सपना। जनता के पास आप जाके क्या कहोगे कि मैं लालू प्रसाद यादव, मैं राहुल गांधी, मैं केजरीवाल, मैं ममता बनर्जी, हम सब जो कल तक एक दूसरे को गाली देते थे, एक दूसरे को चोर बताते थे, एक साथ खड़े हो गए, हमारे को वोट दे दो। क्यों जनता वोट देगी? आपको याद है 1971 इंदिरा गांधी ने एक डायलॉग दिया था। इंदिरा गांधी ने कहा था कि ये कहते हैं इंदिरा हटाओ, मैं कहती हूँ गरीबी हटाओ। सारा ऑपोजिशन खत्म हो गया था उस इलेक्शन में। मोदी यही करने वाला है इन सब के साथ। मोदी आज हिंदुस्तान के लिए सबसे बड़ा खतरा है। आज मोदी की पॉलिटिक्स सिर्फ कांग्रेस के लिए नहीं, सिर्फ ऑपोजिशन के लिए नहीं, ये तो माइनर चीज़ें हैं। ये हिंदुस्तान के सपने पे सबसे बड़ा ऑनस्लॉट है पिछले 70 साल में। एक सेकुलर हिंदुस्तान, एक हिंदुस्तान जो सब लोगों के लिए खुला हो, एक डेमोक्रेटिक हिंदुस्तान, उस आइडिया को खतरा है। लेकिन आज इनमें से कोई उस आइडिया को बचाने के लिए खड़ा होने की हिम्मत नहीं कर सकता। और अगर ये सारे एक दूसरे के साथ खड़ा होकर कहेंगे कि हमें वोट दे दो, उससे मोदी की पॉपुलैरिटी बढ़ेगी, घटेगी नहीं। अगर मोदी का विरोध हो सकता है, जो होना चाहिए, जो ज़रूरत है इस देश की, वो सिर्फ किसी प्रिंसिपल्स की बुनियाद पे हो सकता है। एक नया विजन आपको देश के सामने रखना पड़ेगा जो मोदी के विजन से बेहतर। पंजाब ਲਈ ਕੋਈ ਹੁਣ ਪ੍ਰੋਗਰਾਮ ਹੈ ਤੁਹਾਡਾ ਖਾਸ ਤੌਰ ਦੇ ਉੱਤੇ, ਕਿਉਂਕਿ ਯੂਨੀਵਰਸਿਟੀ ਨਾਲ ਤੁਹਾਡਾ ਵਾਸਤਾ ਰਿਹਾਗਾ, ਪੰਜਾਬ ਨਾਲ ਤੁਹਾਡਾ ਵਾਸਤਾ ਰਿਹਾ, ਪੰਜਾਬ ਦੇ ਅੰਦਰ ਕੋਈ पॉलिटिकल काम करने का ਤੁਹਾਨੂੰ लगता आने वाले दिनों कोई विस्तार पार्टी का हो या पार्टी उत्थे काम करूँ? बिल्कुल करना है। मैं तो समझता हूँ कि पंजाब में आज इतने बड़े आइडियलिस्ट यूथ लोगों की जमात है जिन्होंने एक समय पे अपने सपने आम आदमी पार्टी के साथ जोड़े थे, और वो आज निराश है। निराश इसलिए नहीं कि आम आदमी पार्टी इलेक्शन हार गई, कम्युनिस्ट पार्टियाँ इलेक्शन हारती थी, उनका कैडर बढ़ जाया करता था। वो निराश इसलिए हैं कि ये तो वो थी नहीं जो मैं सोच के आया था। आज वो सब जो कैडर है, वो जो आइडियलिस्ट यूथ पंजाब का है, और पंजाब में तो बड़ी एनर्जी है, उन यूथ के साथ काम करने की इच्छा है, उसके साथ काम करने का प्लान है। शुरुआत किसान के सवाल पे काम करेंगे, लेकिन पंजाब के वो जो यूथ की एनर्जी है, जो आइडियलिस्ट यूथ पूरी एक जनरेशन के बाद निकला था घर से बाहर, पॉलिटिक्स में निकला था, वो तो पूंजी है, पंजाब की पूंजी है, देश की पूंजी है। उसको इकट्ठा करना तो हमारा फ़र्ज़ बनता है, हमारा हक भी बनता है, हम वो करेंगे ज़रूर। दोस्तों, इस तरह जोगिंदर यादव ਤੁਹਾਨੂੰ ਲੱਗਿਆ ਹੋਊਗਾ कि किसी पॉलिटिशियन नाल इस तरह ਦੀਆਂ ਗੱਲਾਂ क्यों हो रही सी, क्योंकि जोगिंदर यादव रिसर्च ਨਾਲ जुड़े रहे ने, प्रोफैसर रहे ने, और एक लिख के लगातार अखबारों के अंदर विजन देंदे रहे ने चीज़ों का, तां करके सानू लगदा सीगा कि वो जानते हैं इंटरनैशनल पॉलिटिक्स नूं, नैशनल पॉलिटिक्स नूं, रीजनल पॉलिटिक्स नूं। तां इसे करके ये सवाल उन्हां सारियां चीज़ों के उत्ते होए उन्हां नूं कि लगदा उन्हां नूं इस देश के अंदर जिहड़ी सो काल्ड अल्टरनेटिव पॉलिटिक्स आ, सो काल्ड कही जाती बदलवी राजनीति है, कि कदे वो स्थापित होगी, कि वह सुपना पहला
77 'ਚ ਟੁੱਟਿਆ, ਫਿਰ ਹੁਣ ਕਿਹਾ ਗਿਆ ਪੰਜਾਬ 'ਚ ਕੇਜਰੀਵਾਲ ਨਾਲ ਟੁੱਟਿਆ, ਹੋਰ ਵੀ ਬਹੁਤ ਸਾਰੇ ਸੁਪਨੇ ਅਸਾਮ ਦੇ ਅੰਦਰ ਟੁੱਟਿਆ। ਕੀ ਲੱਗਦਾ ਗਾ ਇਹ ਬਦਲਵੀਂ ਰਾਜਨੀਤੀ ਕਦੇ ਸਥਾਪਿਤ ਹੋਊਗੀ? ਤਾਂ ਇਹੀ ਗੱਲਾਂ ਅਸੀਂ ਕਰ ਰਹੇ ਸੀ। ਉਹਨਾਂ ਦਾ ਕਹਿਣਾ ਕਿ ਕਿਸਾਨ ਲਹਿਰ 'ਚ ਉਹਨਾਂ ਨੂੰ ਲੱਗਦਾ ਗਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਕੋਈ ਭਵਿੱਖ ਹੋ, ਔਰ 2019 'ਚ ਕਿਸਾਨ ਸੈਂਟਰਿਕ ਵੀ ਹੋ ਸਕਦੀ ਹੈ ਇਸ ਦੇਸ਼ ਦੀ ਪੋਲੀਟਿਕਸ। ਰਾਜਨੀਤੀ ਨੂੰ ਬਦਲਦਿਆਂ ਕੁਛ ਨਹੀਂ ਲੱਗਦਾ, ਅਸੀਂ ਦੇਖਦੇ ਹਾਂ ਮਿੰਟਾਂ ਦਿਨਾਂ ਦੇ ਅੰਦਰ ਰਾਜਨੀਤੀ ਬਦਲ ਜਾਂਦੀ ਹੈ, ਮਿੰਟਾਂ ਘੰਟਿਆਂ ਦਿਨਾਂ ਦੇ ਅੰਦਰ। ਤਾਂ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਪਰਜਿੰਦਰ ਯਾਦਵ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ 'ਚ ਉਹ ਪੰਜਾਬ ਦੇ ਉੱਤੇ ਵੀ ਫੋਕਸ ਕਰਨਗੇ। ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ, ABP ਸਾਂਝਾ, ਚੰਡੀਗੜ੍ਹ।